आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੋਹਰਾ ਸੰਮਤ 17 ਸੈ ਬਿਤੇ ਪੁਨ ਉਪਰ 21 ਚੇਤ ਸਦੀ 14 ਹੋਤੀ ਵਾਰ ਨੰਦ ਰਜਨੀਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ। ਗੁਰੂ ਕੇ ਪਵਿੱਤਰ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਹਰ ਰੋਜ਼ ਸਰਵਣ ਕਰ ਰਹੇ ਹੋ। ਗੁਰੂ ਕੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋ ਸਮਾਨ ਦੀ ਕਥਾ, ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਲੀ ਵਿਖੇ ਕੌਤਕ ਕੀਤਾ ਹੈ, ਉਹ ਆਪ ਜੀ ਨੇ ਬੜੇ ਪ੍ਰੇਮ ਨਾਲ ਸਰਵਣ ਕੀਤੀ ਹੈ। ਸਤਿਗੁਰੂ ਜੀ ਦੇ ਜੋਤੀ ਜੋ ਸਮਾਨ ਤੋਂ ਬਾਅਦ ਦੇ ਕੀ ਹਾਲਾਤ ਹੋਏ ਹਨ, ਉਹਦੇ ਉੱਤੇ ਵਿਚਾਰ ਸਰਵਣ ਕਰੋ। ਪ੍ਰੇਮ ਨਾਲ ਆਖੋ ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ। ਸੰਮਤ 17 ਸੈ ਬਿਤੇ ਸੰਮਤ 1700 ਪੁਨ ਉਪਰ 21 21 ਸਾਲ ਉੱਤੇ। ਸੰਮਤ 1721 ਬਿਕਰਮੀ ਦੇ ਵਿੱਚ ਚੇਤ ਸਦੀ 14 ਹੋਤੀ। ਚੇਤਰ ਦੀ 14 ਸੀਗੀ। ਚੇਤਰ ਦਾ ਮਹੀਨਾ ਸੀ ਤੇ ਸੁਦੀ 14 ਦਾ ਦਿਹਾੜਾ ਸੀ। ਵਾਰ ਨੰਦ ਰਜਨੀਸ਼ ਬੁੱਧਵਾਰ ਦਾ ਦਿਹਾੜਾ ਸੀ। ਚੌਪਈ ਸ਼੍ਰੀ ਹਰਿ ਕ੍ਰਿਸ਼ਨ ਬਾਲ ਬੈਤਾਰੇ। ਸੋ ਮਹਾਰਾਜ ਜੀ ਸੱਚੇ ਪਾਤਸ਼ਾਹ ਬਾਲ ਅਵਸਥਾ ਦੇ ਵਿੱਚ ਬਹੁ ਕਾਰਨ ਕੋਰ ਦੇ ਵਿਚਾਰੇ। ਬਹੁਤ ਕਾਰਨਾਂ ਨੂੰ ਆਉਣ ਵਾਲੇ ਭਵਿੱਖ ਨੂੰ ਵਿਚਾਰ ਕਰਕੇ ਪਰਮ ਧਾਮ ਬੈਕੁੰਠ ਪਦਾਰੇ। ਆਪਣੇ ਪਰਮ ਧਾਮ ਬੈਕੁੰਠ ਸੱਚਖੰਡ ਨੂੰ ਬਿਆਨਾ ਕਰ ਗਏ। ਜੋ ਸਤ ਸੰਗਤ ਕੋ ਬਹੁ ਪਿਆਰੇ। ਜੋ ਮੇਰੇ ਸਤਿਗੁਰੂ ਸੰਗਤ ਨੂੰ ਬਹੁਤ ਪਿਆਰੇ ਸਨ। ਗੁਰੂ ਕੀ ਸੰਗਤ ਜਿਨ੍ਹਾਂ ਨੂੰ ਦੇਖ ਦੇਖ ਕੇ ਜਿਉਂਦੀ ਸੀ, ਉਹ ਸਤਿਗੁਰੂ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਜੀ ਬਹੁਤ ਛੋਟੀ ਅਵਸਥਾ ਵਿੱਚ ਪੌਣੇ 8 ਸਾਲਾਂ ਦੀ ਉਮਰ ਵਿੱਚ ਹੀ ਇਹ ਸੰਸਾਰ ਦੀ ਯਾਤਰਾ ਪੂਰੀ ਕਰ ਗਏ। 3 ਦਿਵਸ ਪੁਨ ਬੀਤੇ ਜਬ ਹੂੰ। ਜਦੋਂ ਮਹਾਰਾਜ ਦੇ ਸੰਸਕਾਰ ਤੋਂ 3 ਦਿਨ ਹੋਰ ਬੀਤ ਗਏ, ਮਿਲੇ ਮਸੰਦ ਆਦ ਸਿੱਖ ਸਭ ਹੂੰ। ਗੁਰੂ ਘਰ ਦੇ ਸਾਰੇ ਮਸੰਦ ਗੁਰੂ ਕੇ ਸਿੱਖ ਇਕੱਠੇ ਹੋਏ। ਪੁਸ਼ਪ ਬੀਨ ਬੇਕਾਰਨ ਗਏ। ਮਹਾਰਾਜ ਦਾ ਅੰਗੀਠਾ ਚੁਣਨ ਵਾਸਤੇ ਸਾਰੇ ਗਏ ਹਨ। ਸ਼ੋਕਾਕੁਲ ਗੁਰ ਸਿਮਰਤ ਭਏ। ਔਰ ਬੜੇ ਵਿਰਾਗ ਵਿੱਚ ਗੁਰੂ ਸਾਹਿਬ 8ਵੇਂ ਪਾਤਸ਼ਾਹ ਨੂੰ ਯਾਦ ਕੀਤਾ ਹੈ। ਦੇਖ ਰਹੇ ਕੁਛ ਹਾਥ ਨ ਆਏ। ਪਰ ਸਤਿਗੁਰੂ ਜੀ ਦੇ ਅੰਗੀਠੇ ਵਿੱਚੋਂ ਕੁਝ ਲੱਭਾ ਨਹੀਂ ਹੈ, ਕਿਉਂਕਿ ਮਹਾਂਪੁਰਸ਼ਾਂ ਦੀ ਖੇਡ ਤਾਂ ਸਮੇਂ ਦੇ ਹੀ ਹੁੰਦੀ ਹੈ। ਉਹਦਾ ਸਰੀਰ ਵੀ ਸੋਨੇ ਦੇ ਹੀ ਹੁੰਦੇ ਨੇ। ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ। ਇਹ ਸੋਨਾ ਨਹੀਂ ਜਿਹੜਾ ਮਿਲਸ ਜਾਂਦਾ ਹੈ, ਉਹ ਸੋਨਾ ਵੀ ਹੋਰ ਹੈ, ਜਿਸ ਦੀ ਕਥਾ ਹੀ ਅਕਥ ਹੈ। ਐਸੇ ਸਤਿਗੁਰੂ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪਣੇ ਬੈਕੁੰਠ ਧਾਮ ਨੂੰ ਚਲੇ ਗਏ। ਭਸਮ ਸਕੇਲਤ ਸਭ ਬਿਸਮਾਏ। ਗੁਰੂ ਸਾਹਿਬ ਜੀ ਦੇ ਅੰਗੀਠੇ ਦੀ ਭਸਮ ਇਕੱਠੀ ਕੀਤੀ, ਵਿਭੂਤੀ ਇਕੱਠੀ ਕੀਤੀ ਹੈ। ਤਰਨ ਤਨੁਜਾ ਨੀਰ ਮਝਾਰੀ। ਔਰ ਜਮਨਾ ਦੇ ਜਲ ਵਿੱਚ ਪ੍ਰਵਾਹ ਕਰ ਦਿੱਤੀ ਹੈ। ਸਕਲ ਮੇਲ ਕਰ ਬੰਧਨ ਧਾਰੀ। ਸਾਰਿਆਂ ਨੇ ਇਕੱਠੇ ਹੋ ਕੇ ਮੱਥਾ ਟੇਕਿਆ ਹੈ ਤੇ ਜਮਨਾ 'ਚ ਇਸ਼ਨਾਨ ਕੀਤੇ ਹਨ। ਸਭ ਸੰਗਤ ਪੁਨ ਮਾਤਾ ਪਾਸ। ਫਿਰ ਸਾਰੀ ਸੰਗਤ ਮਾਤਾ ਜੀ ਮਾਤਾ ਕ੍ਰਿਸ਼ਨ ਕੌਰ ਜੀ ਕੋਲ ਆ ਕੇ ਬੈਠ ਗਈ ਹੈ। ਬੈਠਤ ਬੋਲਤ ਸ਼ੋਕ ਪ੍ਰਕਾਸ਼। ਸਾਰੇ ਬੜੇ ਹੀ ਬੈਰਾਗ ਕਰ ਰਹੇ ਸਨ। ਸਾਰੇ ਬੜੇ ਸ਼ੋਕਾਤੁਰ ਸਨ। ਇੱਕ ਦੋ ਬਾਰੀ ਜੈਪੁਰ ਨਾਥ। ਇੱਕ ਦੋ ਵਾਰੀ ਜੈਪੁਰ ਦਾ ਰਾਜਾ ਬੈਠਿਓ ਆਏ ਬੰਦ ਕਰ ਹਾਥ। ਆ ਜਾਂਦਾ ਸੀ ਤੇ ਮਾਤਾ ਜੀ ਨੂੰ ਮੱਥਾ ਟੇਕ ਕੇ ਬੈਠ ਜਾਂਦਾ ਸੀ। ਕ੍ਰਿਸ਼ਨ ਕੋਇਰ ਕਹ ਬੰਧਨ ਕੀਨ। ਮਾਤਾ ਕ੍ਰਿਸ਼ਨ ਕੌਰ ਜੀ ਨੂੰ ਨਮਸਕਾਰ ਕਰਦਾ ਸੀ। ਰਾਜਾ ਜੈ ਸਿੰਘ ਜੈਪੁਰ ਦਾ ਰਾਜਾ ਕਹਿ ਬਹੁ ਰੀਤ ਧੀਰ ਔਰ ਦੀਨ। ਔਰ ਬਹੁਤ ਪ੍ਰਕਾਰ ਨਾਲ ਬੇਨਤੀ ਕਰਕੇ ਧੀਰਜ ਦਿੰਦਾ ਸੀ ਮਾਤਾ ਜੀ ਕਿ ਜੋ ਪਰਮੇਸ਼ਰ ਦਾ ਭਾਣਾ ਉਹ ਤਾਂ ਕਿਸੇ ਤੋਂ ਮੇਟਿਆ ਨਹੀਂ ਜਾ ਸਕਦਾ। ਸਾਨੂੰ ਸਾਰਿਆਂ ਨੂੰ ਹੀ ਸਤਿਗੁਰਾਂ ਦੇ ਵਿਛੋੜੇ ਦਾ ਘਾਟਾ ਮਹਿਸੂਸ ਹੁੰਦਾ ਹੈ। ਗੁਰ ਸਭ ਹਿਨ ਕੇ ਅਤਿਸ਼ਾ ਪਿਆਰੇ। ਇਹ ਮਾਤਾ ਜੀ ਸਤਿਗੁਰੂ ਤੇ ਸਭ ਦੇ ਪਿਆਰੇ ਸਨ। ਸਾਰੀ ਦੁਨੀਆ ਹੀ ਗੁਰੂ ਸਾਹਿਬ ਨੂੰ ਪਿਆਰ ਕਰਦੀ ਸੀ। ਦਰਸ਼ਨ ਦੇਤ ਅਨੇਕ ਦੁਖ ਟਾਰੇ। ਉਹਨਾਂ ਦੇ ਦਰਸ਼ਨਾਂ ਨਾਲ ਹੀ ਦੁੱਖਾਂ ਦਾ ਨਾਸ ਹੋ ਜਾਂਦਾ ਸੀ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਸਾਰੇ ਦੁੱਖ ਟਲ ਜਾਂਦੇ ਸੀ ਉਹਨਾਂ ਦੇ ਦਰਸ਼ਨ ਕੀਤਿਆਂ ਹੀ। ਔਰ ਮਹਿ ਘਰ ਘਰ ਕੀਰਤ ਹੋਈ। ਦਿੱਲੀ ਸ਼ਹਿਰ ਦੇ ਵਿੱਚ ਘਰ ਘਰ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਕੀਰਤੀ ਪਸਰ ਗਈ ਸੀ। ਬੱਚਾ ਬੱਚਾ ਉਹਨਾਂ ਦਾ
ਪਿਆਰਾ ਬਣ ਗਿਆ ਸੀ, ਪ੍ਰੇਮੀ ਬਣ ਗਿਆ ਸੀ। ਹਿੰਦੂ ਯਮਨ ਨੇ ਮੈਂ ਜਿਨ ਦੋਈ। ਹਿੰਦੂ ਤੇ ਮੁਸਲਮਾਨ ਦੋਵੇਂ ਹੀ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਨਿਮਦੇ ਸਨ, ਝੁਕਦੇ ਸਨ। ਮੇਟਨ ਸਰਾਪ ਪ੍ਰਾਤ ਕੋ ਕਹਿਓ। ਉਹਨਾਂ ਨੇ ਆਪਣੇ ਭਾਈ ਦਾ ਬਚਨ ਨਹੀਂ ਮੋੜਿਆ। ਅਸੀਂ ਤਾਂ ਬੇਨਤੀ ਕੀਤੀ ਸੀ ਸੰਗਤ ਸਾਰੀ ਨੇ ਵੀ ਆਪਣੇ ਭਾਈ ਦਾ ਸਰਾਪ ਮੋੜ ਦਿਓ, ਪਰ ਗੁਰੂ ਸਾਹਿਬ ਕਹਿੰਦੇ ਵੀ ਅਸੀਂ ਬਾਬੇ ਰਾਮ ਰਾਏ ਦਾ ਬਚਨ ਤਾਂ ਮੋੜ ਦਈਏ, ਪਰ ਉਹ ਰਾਮ ਰਾਏ ਨੂੰ ਜਿਹੜਾ ਸਾਡੇ ਪਿਤਾ ਗੁਰੂ ਹਰਾਏ ਸਾਹਿਬ ਜੀ ਦਾ ਬਚਨ ਹੈ ਉਹ ਕਿਵੇਂ ਮੋੜੀਏ। ਉਹ ਸਤਿਗੁਰਾਂ ਦਾ ਬਚਨ ਹੈ ਵੀ ਜੋ ਰਾਮ ਰਾਏ ਕਹੇਗਾ ਹੋ ਜਾਏਗਾ। ਤੋ ਇਸ ਕਰਕੇ ਅਸੀਂ ਹੁਣ ਉਹਨਾਂ ਦੇ ਬਚਨ ਨੂੰ ਮੁੱਖ ਰੱਖਦੇ ਹੋਏ ਬਾਬੇ ਰਾਮ ਰਾਏ ਦਾ ਬਚਨ ਨਹੀਂ ਮੋੜ ਸਕਦੇ। ਫਤਿਹ ਸਮਰੱਥ ਤਉ ਤਨ ਸਹਿਓ। ਕਹਿੰਦੇ ਭਾਵੇਂ ਸਮਰੱਥ ਸਨ ਸਰਬ ਕਲਾ, ਸਤਿਗੁਰੂ 8ਵੇਂ ਪਾਤਸ਼ਾਹ ਜੋ ਚਾਹਣ ਸੋ ਕਰ ਸਕਦੇ ਸਨ, ਪਰ ਗੁਰੂ ਘਰ ਦੀ ਮਰਜ਼ਾਦਾ ਨੂੰ ਮੂਹਰੇ ਧਰ ਕੇ ਉਹਨਾਂ ਨੇ ਭਾਣਾ ਮਿੱਠਾ ਕਰਕੇ ਮੰਨਿਆ। ਮਿਲਨ ਸ਼ਾਹ ਸੋ ਪੰਨਿਓ ਕਨੇਰੇ। ਬਾਦਸ਼ਾਹ ਨੇ ਦੇਖੋ ਕਿੰਨੀ ਜਿੱਦ ਕੀਤੀ ਮਿਲਣ ਦੀ, ਬਹੁਤ ਵਾਰੀ ਕੋਸ਼ਿਸ਼ ਕੀਤੀ, ਬਾਰ-ਬਾਰ ਮਿੰਨਤਾਂ ਤਰਲੇ ਕਰਦਾ ਰਿਹਾ ਔਰੰਗਜ਼ੇਬ ਕਿ ਗੁਰੂ ਸਾਹਿਬ ਮੈਨੂੰ ਦਰਸ਼ਨ ਦੇ ਦੇਣ, ਪਰ ਮਹਾਰਾਜ ਨੇ ਔਰੰਗੇ ਨੂੰ ਵੀ ਦਰਸ਼ਨ ਨਹੀਂ ਦਿੱਤੇ। ਰਾਖੀ ਧੀਰ ਅਪੀਰ ਬਡੇਰੇ। ਔਰ ਮਹਾਰਾਜ ਸੱਚੇ ਪਾਤਸ਼ਾਹ ਬੜੀ ਧੀਰਜ ਦੇ ਨਾਲ ਰਹੇ, ਬੜੇ ਬੇਪਰਵਾਹ ਰਹੇ, ਕਿਸੇ ਤਰ੍ਹਾਂ ਦੀ ਕੋਈ ਚਿੰਤਾ, ਕੋਈ ਫਿਕਰ, ਕੋਈ ਡਰ ਉਹਨਾਂ ਦੇ ਨੇੜੇ ਨਹੀਂ ਲੱਗਾ। ਧੰਨ ਗੁਰੂ ਹਰਿ ਕ੍ਰਿਸ਼ਨ ਸਜਾਨ। ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਮਹਾਨ ਗਿਆਨੀ ਸਨ। ਉਹਨਾਂ ਵਰਗਾ ਮਹਾਂਪੁਰਸ਼ ਸੰਸਾਰ ਤੇ ਅਸੀਂ ਨਹੀਂ ਦੇਖਿਆ ਕੋਈ। ਇਹ ਗੱਲ ਰਾਜਾ ਜੈ ਸਿੰਘ ਕਹਿ ਰਿਹਾ ਹੈ। ਹਾਂਜੀ, ਅਜਰ ਜਰਨ ਮਹਿ ਕੋ ਨ ਸਮਾਨ। ਉਹਨਾਂ ਦੇ ਸਮਾਨ ਅਜਰ ਨੂੰ ਜਰਨ ਵਾਲਾ ਕੋਈ ਵੀ ਨਹੀਂ ਸੀ। ਜੋ ਸਤਿਗੁਰੂ ਸਨ 8ਵੇਂ ਪਾਤਸ਼ਾਹ ਜੀ, ਉਹਨਾਂ ਨੂੰ ਉਹੀ ਸਨ ਉਹਨਾਂ ਵਰਗੇ, ਉਹਨਾਂ ਵਰਗਾ ਹੋਰ ਕੋਈ ਨਹੀਂ ਹੋ ਸਕਿਆ। ਗੁਰਸਿੱਖੀ ਹਿਤ ਅਜ਼ਮਤ ਕੀਨ। ਉਹਨਾਂ ਨੇ ਗੁਰਸਿੱਖੀ ਦੇ ਭਲੇ ਵਾਸਤੇ, ਲੋਕਾਂ ਦਾ ਭਲਾ ਕਰਨ ਵਾਸਤੇ, ਗਰੀਬਾਂ ਦਾ ਭਲਾ ਕਰਨ ਵਾਸਤੇ ਅਪਰ ਹੇਤ ਕਰਕੇ ਉਹ ਨਦੀਨ। ਆਪਣੀ ਕਲਾ ਦੀ ਸ਼ਕਤੀ ਦੀ ਵਰਤੋਂ ਕੀਤੀ ਸੀ। ਜੋ ਸਾਰੇ ਸ਼ਹਿਰ ਵਿੱਚ ਵਬਾ ਫੈਲੀ ਹੋਈ ਸੀ, ਬਿਮਾਰੀ ਨਾਲ ਦੁਨੀਆ ਮਰ ਰਹੀ ਸੀ, ਰੋਜ਼ ਗਲੀਆਂ ਬਾਜ਼ਾਰ ਖਾਲੀ ਹੁੰਦੇ ਜਾ ਰਹੇ ਸਨ, ਹਜ਼ਾਰਾਂ ਲੋਕ ਰੋਜ਼ ਮਰਦੇ ਸਨ ਦਿੱਲੀ ਵਿੱਚ। ਗੁਰੂ ਸਾਹਿਬ ਜੀ ਨੇ ਉਹਨਾਂ ਸਾਰੀਆਂ ਵਬਾ ਨੂੰ, ਬਿਮਾਰੀਆਂ ਨੂੰ, ਜੋ ਮਹਾਂਮਾਰੀਆਂ ਫੈਲੀਆਂ ਸਨ, ਸਾਰੀਆਂ ਨੂੰ ਕੰਟਰੋਲ 'ਚ ਕਰ ਦਿੱਤਾ। ਸ਼ਹਿਰ ਦਿੱਲੀ ਰਾਜੀ ਬਾਜੀ ਹੋ ਗਿਆ। ਬਲ ਇਤਨੋ ਜਿਮ ਚਾਹੈ ਸੋ ਕਰੈ। ਹਾਂ, ਇਸ ਵਾਸਤੇ ਤਾਂ ਆਪਣੀ ਸ਼ਕਤੀ ਵਰਤ ਲਈ, ਪਰ ਆਪਣੀ ਵਡਿਆਈ ਵਾਸਤੇ ਜਾਂ ਹੋਰ ਕਿਸੇ ਸਵਾਰਥ ਨੂੰ ਮੂਹਰੇ ਧਰ ਕੇ ਕੋਈ ਕਰਾਮਾਤ ਨਹੀਂ ਦਿਖਾਈ। ਆਪਣੀ ਵਡਿਆਈ ਕਰਾਉਣ ਲਈ ਨਹੀਂ ਕੀਤਾ, ਲੋਕਾਂ ਦੇ ਭਲੇ ਲਈ ਕੀਤਾ। ਸਤਿਗੁਰੂ ਸਭਨਾਂ ਦਾ ਭਲਾ ਮਨਾਏਗਾ, ਸਾਰਿਆਂ ਦਾ ਭਲਾ ਮਨਾਉਣ ਵਾਲੇ ਸਨ। ਤਉ ਨ ਆਇਸ ਪ੍ਰਭ ਪਰ ਹਰੈ। ਇੰਨੀ ਸ਼ਕਤੀ ਦੇ ਮਾਲਕ ਦੂਜਿਆਂ ਦੇ ਦੁੱਖ ਦੂਰ ਕਰ ਦਿੱਤੇ, ਪਰ ਆਪ ਪਰਮੇਸ਼ਰ ਦਾ ਭਾਣਾ ਨਹੀਂ ਮੋੜਿਆ। ਆਪਣੇ ਉੱਤੇ ਜਦੋਂ ਬਿਮਾਰੀ ਆਈ ਤੇ ਆਪਣਾ ਸਰੀਰ ਰਾਜੀ ਨਹੀਂ ਕੀਤਾ, ਬਲਕਿ ਆਖਿਆ ਵੀ ਵਾਹਿਗੁਰੂ ਦਾ, ਪਰਮੇਸ਼ਰ ਦਾ ਹੁਕਮ ਜਿਵੇਂ ਅਸੀਂ ਮੰਨਾਂਗੇ, ਤੇ ਖਿੜੇ ਮੱਥੇ ਆਪਣਾ ਸਰੀਰ ਹੀ ਤਿਆਗ ਦਿੱਤਾ। ਤਿਨ ਹਿਤ ਕਹਾ ਸ਼ੋਕ ਬਨ ਆਵੈ। ਐਸੇ ਗੁਰਦੇਵ ਮਹਾਰਾਜ 8ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਬਾਲਾ ਪ੍ਰੀਤਮ ਜੀ ਮਹਾਰਾਜ, ਹੇ ਮਾਤਾ ਜੀ, ਉਹਨਾਂ ਵਾਸਤੇ ਕੀ ਸ਼ੋਕ ਕਰੀਏ, ਕਿਉਂਕਿ ਕਬੀਰ ਸੰਤ ਮੋਏ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਵਾਪਰੇ, ਜੋ ਹਾਟੈ ਹਾਟ ਪਿਕਾਏ। ਕਬੀਰ ਜੀ ਮਹਾਰਾਜ ਦਾ ਇਹ ਪਾਵਨ ਬਚਨ ਹੈ ਗੁਰਬਾਣੀ ਵਿੱਚ, ਗੁਰੂ ਗ੍ਰੰਥ ਸਾਹਿਬ ਵਿੱਚ, ਵੀ ਸਾਧੂਆਂ ਮਹਾਂਪੁਰਸ਼ਾਂ ਦੇ ਜਾਣ ਤੇ ਨਹੀਂ ਰੋਣਾ ਚਾਹੀਦਾ। ਉਹਦੇ ਆਪਣੇ ਘਰ ਜਾਂਦੇ, ਸੱਚਖੰਡ ਜਾਂਦੇ। ਜਿਹੜੇ ਸਾਡੇ ਵਰਗੇ ਪਾਪੀ ਬੰਦੇ, ਸਾਕਤ ਬੰਦੇ, ਉਹ ਹਾਟੇ ਹਾਟ ਵਿਕਦੇ, ਭਾਵ ਕਦੀ ਪਸ਼ੂ, ਕਦੀ ਪੰਛੀ, ਕਦੀ ਕੁੱਤੇ, ਕਦੀ ਬਿੱਲੇ, ਕਦੀ ਸੱਪ, ਕਦੀ ਕੀੜੇ ਮਕੌੜੇ ਬਣਦੇ ਰਹਿੰਦੇ ਆ। ਜੂਨੀਆਂ 'ਚ ਭਟਕ ਕੇ 84 ਲੱਖ ਜੂਨਾਂ 'ਚ ਗੇੜੇ ਕੱਟ ਕੇ ਆ ਕੇ ਜਾ ਕੇ ਫਿਰ ਕਦੀ ਲੱਖਾਂ ਸਾਲਾਂ ਬਾਅਦ ਉਹਨਾਂ ਨੂੰ ਮਨੁੱਖਾ ਜਨਮ ਮਿਲ ਜਾਵੇ, ਕੋਈ ਪੁੰਨ ਕਰਮ ਅੱਗੇ ਆ ਜਾਵੇ ਤਾਂ ਠੀਕ ਹੈ, ਨਹੀਂ ਤਾਂ 84 ਦੀ ਗੇੜੇ ਕੱਟੀ ਜਾਂਦੇ ਹਨ। ਸਤੋ ਧਰਨ ਤਨ ਆਏ ਸੋ ਜਾਵੈ। ਕਹਿੰਦੇ ਮਹਾਂਪੁਰਸ਼ਾਂ ਦੀ ਖੇਡ ਜਿਹੜੀ ਹੁੰਦੀ ਹੈ ਸੁਤੇ ਸਿੱਧ ਹੁੰਦੀ ਹੈ। ਆਪਣੀ ਮਰਜ਼ੀ ਨਾਲ ਧਾਰਨ ਕਰਕੇ ਸਰੀਰ ਆਪਣੀ ਮਰਜ਼ੀ ਨਾਲ ਹੀ ਤਿਆਗ ਦਿੰਦੇ ਹਨ। ਕਾਰਨ ਕਰਬੇ ਬਿਖੈ ਸੁਛੰਦ। ਉਹ ਆਪਣੀ ਮਰਜ਼ੀ ਅਨੁਸਾਰ ਵਿਚਰਨ ਵਿੱਚ ਆਜ਼ਾਦ ਹੁੰਦੇ ਹਨ, ਸੁਛੰਦ ਹੁੰਦੇ ਹਨ। ਉਹਨਾਂ ਉੱਤੇ ਕੋਈ ਵੀ ਕੁਦਰਤ ਦਾ ਕਾਨੂੰਨ, ਕੋਈ ਵੀ ਵਿਧੀ ਦਾ ਵਿਧਾਨ ਲਾਗੂ ਨਹੀਂ ਹੁੰਦਾ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ।
सच्चा अमर सच्ची पातशाही, सच्चे सेती राते, सच्चा सुख सच्ची वडियाई, जिसके सेत निजाते। ऐसी उन्हां महापुरुषां दी अवस्था हुंदी है। सदा ज्ञान में सच दा आनंद, ਉਹ ਸਦਾ ਸਤ ਚੇਤਨ ਆਨੰਦ ਸਰੂਪ ਵਿੱਚ, ਗਿਆਨ ਸਰੂਪ ਵਿੱਚ ਲੀਨ ਰਹਿੰਦੇ ਹਨ। ਹੋਏ ਪ੍ਰਸੰਨ ਦੇਹ ਕਲਿਆਣ, ਔਰ ਉਹ ਸਾਰਿਆਂ ਨੂੰ ਸੁਖ ਵੰਡਦੇ ਨੇ, ਮੁਕਤੀ ਵੰਡਦੇ ਨੇ, ਸਭ ਦਾ ਕਲਿਆਣ ਕਰਦੇ ਨੇ, ਕਿਸੇ ਦਾ ਵੀ ਬੁਰਾ ਨਹੀਂ ਕਰਦੇ। ਜਨਮ ਮਰਨ ਕੇ ਬੰਧਨ ਹਾਨ, ਜਨਮ ਮਰਨ ਦੇ ਸਾਰੇ ਬੰਧਨ ਕੱਟ ਸੁੱਟਦੇ ਹਨ। ਪਤ ਸਤ ਕੇ ਗੁਣ ਸਿਮਰਤ ਰਹੀ ਹੈ। ਇਹ ਮਾਤਾ ਜੀ, ਤੁਹਾਡੇ ਪਤੀ ਜੀ ਵੀ ਮਹਾਨ ਸਨ, ਗੁਰੂ ਹਰਿਰਾਏ ਸਾਹਿਬ ਜੀ, ਤੇ ਤੁਹਾਡੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਮਹਾਨ ਸਨ। ਤੁਸੀਂ ਉਹਨਾਂ ਦੇ ਗੁਣਾਂ ਨੂੰ ਯਾਦ ਕਰਦੇ ਰਹੋ ਤੇ ਉਹਨਾਂ ਦੇ ਗੁਣਾਂ ਨੂੰ ਵੇਖ ਕੇ ਤੁਹਾਡੇ ਮਨ ਨੂੰ ਧੀਰਜ ਰਹੇਗਾ। ਇਹ ਸੰਸਾਰ ਦੀ ਮਾਇਆ ਤਾਂ ਝੂਠੀ ਹੈ ਮਾਤਾ ਜੀ। ਅੱਜ ਤੇ ਕੱਲ ਕਿਸੇ ਨਾ ਕਿਸੇ ਨੇ ਜਾਣਾ ਹੀ ਹੈ, ਸਭ ਨੇ ਜਾਣਾ ਹੈ। ਇੱਥੇ ਕੋਈ ਵੀ ਨਹੀਂ ਰਿਹਾ ਸੰਸਾਰ ਵਿੱਚ, ਰਾਜਾ ਹੋਵੇ, ਭਾਵੇਂ ਕੋਈ ਭਿਖਾਰੀ ਹੋਵੇ, ਭਾਵੇਂ ਕੋਈ ਸਾਧੂ ਸੰਤ ਹੋਵੇ, ਭਾਵੇਂ ਕੋਈ ਚੋਰ ਡਾਕੂ ਹੋਵੇ, ਬੁਰਾ ਹੋਵੇ ਭਲਾ ਹੋਵੇ, ਜਾਣਾ ਸਭ ਨੂੰ ਪੈਂਦਾ ਹੈ। ਤਨ ਕੇ ਅੰਤ ਮਿਲਨ ਕੋ ਚਾਹੀਏ ਹੈ। ਤੇ ਮਾਤਾ ਜੀ, ਤੁਸੀਂ ਤਾਂ ਭਾਗਾਂ ਵਾਲੇ ਹੋ ਵੀ ਤੁਹਾਡੇ ਪਤੀ ਜੀ ਵੀ ਏਡੇ ਮਹਾਨ ਗੁਰੂ ਸਨ, ਤੁਹਾਡੇ ਪੁੱਤਰ ਵੀ ਏਡੀ ਮਹਾਨ ਆਤਮਾ ਪਰਮੇਸ਼ਰ ਦਾ ਹੀ ਰੂਪ ਸਨ। ਸੋ ਉਹਨਾਂ ਨੂੰ ਯਾਦ ਕਰਕੇ ਇਸ ਜੀਵਨ ਦਾ ਸਮਾਂ ਜਿੰਨਾ ਵੀ ਬਾਕੀ ਹੈ ਉਹ ਗੁਜ਼ਾਰੋ, ਤੇ ਜਦੋਂ ਇਹ ਸਮਾਂ ਪੂਰਾ ਹੋਵੇ ਤੇ ਆਪਣੇ ਸੱਚਖੰਡ ਮਾਰਗ ਦੇਸ਼ ਵਿੱਚ ਚਲੇ ਜਾਓ। ਸਕਲ ਸੰਗਤਾ ਹੈ ਤੁਮਾਰੀ, ਇਹ ਬਾਕੀ ਸੰਗਤਾਂ ਤੁਹਾਡੀ ਤਾਬੇ ਵਿੱਚ ਹਨ। ਲੱਖਾਂ ਹੀ ਸੰਗਤਾਂ ਹਨ ਗੁਰੂ ਨਾਨਕ ਦੀਆਂ, ਜਿਹੜੀਆਂ ਮਾਤਾ ਜੀ ਤੁਹਾਡੇ ਕਹਿਣੇ 'ਚ ਤੁਰਨਗੀਆਂ। ਸੇਵਾ ਕਰਹਿ ਅਨੇਕ ਪ੍ਰਕਾਰੀ, ਅਨੇਕਾਂ ਪ੍ਰਕਾਰ ਦੀ ਸੇਵਾ ਸੰਗਤਾਂ ਕਰਨਗੀਆਂ ਮਾਤਾ ਜੀ। ਜਹ ਸੁਖ ਦੇਖੋ ਤਿਹ ਠਾ ਰਹੀ ਹੈ। ਜਿੱਥੇ ਤੁਹਾਨੂੰ ਚੰਗਾ ਲੱਗੇ, ਸੁਖ ਆਰਾਮ, ਉੱਥੇ ਰਹੋ। ਜੇ ਦਿੱਲੀ 'ਚ ਰਹਿਣਾ ਹੈ ਤਾਂ ਵੀ ਤੁਹਾਡੀਆਂ ਸੰਗਤਾਂ ਇੱਥੇ ਬਹੁਤ ਹਨ। ਜੇ ਵਾਪਸ ਕੀਰਤਪੁਰ ਸਾਹਿਬ ਜਾਣਾ ਹੈ, ਉੱਥੇ ਜਾ ਕੇ ਰਹਿ ਸਕਦੇ ਹੋ। ਹੋਰ ਵੀ ਤੁਹਾਡਾ ਮਨ ਜਿੱਥੇ ਵੀ ਜੀ ਕਰੇ, ਉੱਥੇ ਹੀ ਸੰਗਤਾਂ ਤੁਹਾਡੀ ਸੇਵਾ 'ਚ ਹਾਜ਼ਰ ਰਹਿਣਗੀਆਂ ਮਾਤਾ ਜੀ। ਕੁਛ ਕਾਰਜ ਹੋਏ ਮੋਕਹ ਕਹੀਏ ਹੈ। ਕਿਸੇ ਤਰ੍ਹਾਂ ਦਾ ਵੀ ਕੋਈ ਕਾਰਜ ਹੋਵੇ ਗੁਰੂ ਘਰ ਦੀ ਜ਼ਿੰਮੇਵਾਰੀ ਦਾ, ਸੇਵਾ ਦਾ, ਉਹ ਮੈਨੂੰ ਹੁਕਮ ਲਾਓ। ਮੈਂ ਜੈ ਸਿੰਘ ਤੁਹਾਡਾ ਸੇਵਾਦਾਰ ਹਾਂ ਮਾਤਾ ਜੀ। ਉਹੀ ਕਾਰਜ ਕਰਵਾਵਾਂਗਾ ਜੋ ਆਪ ਦਾ ਹੁਕਮ ਹੋਵੇਗਾ। ਤੁਮਰੇ ਨੰਦਨ ਕੋ ਮੈਂ ਦਾਸ, ਮੈਂ ਤੁਹਾਡੇ ਪੁੱਤਰ ਦਾ ਦਾਸ ਹਾਂ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਦਾ ਸੇਵਕ ਹਾਂ ਮੈਂ, ਇਸ ਕਰਕੇ ਤੁਹਾਡਾ ਵੀ ਸੇਵਕ ਹਾਂ। ਤਿਮ ਆਪਣੋ ਜਾਨੋ ਨਿਰਜਾਸ, ਜਿਵੇਂ ਮੈਂ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਦਾ ਸੀ, ਗੁਰੂ ਸਾਹਿਬ ਦੀ ਮਾਤਾ ਦਾ ਉਸ ਤੋਂ ਵੀ ਜ਼ਿਆਦਾ ਕਰਦਾ ਹਾਂ। ਤੇ ਮਾਤਾ ਜੀ, ਤੁਸੀਂ ਮੈਨੂੰ ਆਪਣੇ ਚਰਨਾਂ ਦਾ ਸੇਵਕ ਸਮਝ ਕੇ ਕੋਈ ਵੀ ਹੁਕਮ ਲਾਓਗੇ ਤੇ ਮੈਂ ਉਸੇ ਤਰ੍ਹਾਂ ਹੱਥ ਜੋੜ ਕੇ ਖੜਾ ਰਵਾਂਗਾ। ਕਰ ਜੋਰੇ ਸੇਵਾ ਮਹਿ ਖਰੋ, ਹੱਥ ਜੋੜ ਕੇ ਸੇਵਾ 'ਚ ਖੜਾ ਰਵਾਂਗਾ। ਨਿਜ ਲਖ ਆਗਿਆ ਮੋਹ ਪਰ ਕਰੋ, ਆਪਣਾ ਜਾਣ ਕੇ ਮੈਨੂੰ ਆਪਣੀ ਆਗਿਆ ਵਿੱਚ ਰੱਖੋ। ਸੇਵਾ ਦਾ ਮੌਕਾ ਬਖਸ਼ਦੇ ਰਹਿਣਾ ਮਾਤਾ ਜੀ। ਤੇ ਜਿੱਥੇ ਵੀ ਤੁਹਾਡਾ ਜੀ ਕਰੇ, ਜੇ ਦਿੱਲੀ ਰਹਿਣਾ ਚਾਹੁੰਦੇ ਹੋ, ਇੱਥੇ ਵੀ ਤੁਹਾਡੇ ਅਸਥਾਨ ਬਣੇ ਹੋਏ ਨੇ, ਗੁਰਦੁਆਰੇ ਹਨ, ਸੰਗਤਾਂ ਦੇ ਘਰ ਹਨ। ਜੋ ਵੀ ਤੁਸੀਂ ਕਹੋਗੇ ਤੁਹਾਡੇ ਰਹਿਣ ਸਹਿਣ ਦਾ ਇੱਥੇ ਬੰਦੋਬਸਤ ਵਧੀਆ ਕੀਤਾ ਜਾਵੇਗਾ। ਜੇ ਆਪ ਜੀ ਗੁਰੂ ਕੀ ਨਗਰੀ ਸ੍ਰੀ ਕੀਰਤਪੁਰ ਸਾਹਿਬ ਜਾਣਾ ਚਾਹੋਗੇ, ਉੱਥੇ ਵੀ ਤੁਹਾਡੇ ਰਹਿਣ ਦਾ ਬੰਦੋਬਸਤ ਵਧੀਆ ਹੋਵੇਗਾ। ਕ੍ਰਿਸ਼ਨ ਕੌਰ ਕਰ ਮਾਤਾ ਤਬੈ, ਉਸ ਵੇਲੇ ਵਚਨ ਸੁਣ ਕੇ ਮਾਤਾ ਕ੍ਰਿਸ਼ਨ ਕੌਰ ਜੀ, ਜੋ ਗੁਰੂ ਸਾਹਿਬ ਦੇ ਮਾਤਾ ਜੀ ਸਨ, ਮਹਿ ਪਾਲਕ ਤੇ ਸੁਨ ਕਰ ਸਬੈ, ਰਾਜੇ ਜੈ ਸਿੰਘ ਦੀ ਬੇਨਤੀ ਸੁਣ ਕੇ ਕੁਛ ਧੀਰਜ ਤਰ ਗਿਰਾ ਉਚਾਰੀ, ਕੁਝ ਹੌਸਲਾ ਕਰਕੇ ਮਾਤਾ ਕ੍ਰਿਸ਼ਨ ਕੌਰ ਜੀ ਬੋਲੇ, ਔਰ ਸ਼ਰਦਕ ਗੁਰ ਸੇਵਕ ਭਾਰੀ। ਦੇਖੋ ਰਾਜਾ ਜੀ, ਤੁਸੀਂ ਮਨ 'ਚ ਸ਼ਰਧਾਵਾਨ ਹੋ ਤੇ ਗੁਰੂ ਘਰ ਦੇ ਸੇਵਕ ਹੋ, ਮਹਾਰਾਜ 8ਵੇਂ ਪਾਤਸ਼ਾਹ ਦੇ ਪ੍ਰੇਮੀ ਹੋ। ਤੋਹਿ ਪ੍ਰੇਮ ਕਰ ਇਤ ਗੁਰ ਆਏ, ਸਤਿਗੁਰੂ ਜੀ ਤੇਰੇ ਪ੍ਰੇਮ ਕਰਕੇ ਆਏ ਸਨ, ਤੇਰੀ ਸ਼ਰਧਾ ਵੇਖ ਕੇ ਦਿੱਲੀ ਆਏ ਸਨ। ਵੈਸੇ ਉਹਨਾਂ ਨੂੰ ਹੋਰ ਕੋਈ ਬਾਦਸ਼ਾਹ ਜਾਂ ਹੋਰ ਕਿਸੇ ਦੀ ਕੋਈ ਪਰਵਾਹ ਨਹੀਂ ਸੀ। ਉਹ ਤਾਂ ਸਿਰਫ ਤੁਹਾਡੇ ਪ੍ਰੇਮ ਦੇ ਬੱਧੇ ਆ ਗਏ ਸਨ ਦਿੱਲੀ ਸ਼ਹਿਰ ਵਿੱਚ। ਪੁਰ ਮਹਿ ਸਿੱਖ ਸੰਗਤ ਸਮੁਦਾਏ, ਇੱਥੇ ਗੁਰੂ ਕੀਆਂ ਸੰਗਤਾਂ, ਗੁਰੂ ਕੇ ਸਿੱਖ ਦਿੱਲੀ ਦੇ ਵਿੱਚ, ਜਿਨ੍ਹਾਂ ਨੇ ਮਹਾਰਾਜ ਦੀ ਬੜੀ ਸੇਵਾ ਕੀਤੀ ਹੈ ਤੇ ਤੁਸੀਂ ਵੀ ਬਹੁਤ ਪ੍ਰੇਮ ਕੀਤਾ ਹੈ ਗੁਰੂ ਸਾਹਿਬ ਜੀ ਨਾਲ। ਸਭਨ ਪਾਉ ਕਰਿਓ ਬਹੁ ਤੇਰਾ, ਸਾਰਿਆਂ ਨੇ ਬਹੁਤ ਪ੍ਰੇਮ ਕੀਤਾ ਗੁਰੂ ਸਾਹਿਬ ਨੂੰ। ਕਿਸੇ ਨੇ ਵੀ ਕੋਈ ਪਿਆਰ 'ਚ ਕਸਰ ਨਹੀਂ ਛੱਡੀ। ਦਿੱਲੀ ਸ਼ਹਿਰ ਦੇ ਹਿੰਦੂ, ਮੁਸਲਮਾਨ, ਗਰੀਬ, ਅਮੀਰ, ਵੱਡੇ ਛੋਟੇ, ਸਭ ਗੁਰੂ ਕੇ ਦਾਸ ਬਣ ਗਏ
ਤੇ ਰਾਜਾ ਜੀ ਤੁਸੀਂ ਵੀ ਬੜਾ ਪ੍ਰੇਮ ਕੀਤਾ ਹੈ। ਵੱਡੇ ਗੁਰਨ ਸਮ ਸਰ ਸਭ ਹੇਰਾ। ਜਿਵੇਂ ਵੱਡੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਗੱਦੀ ਚਲੀ ਆਉਂਦੀ ਹੈ, ਉਸੇ ਤਰ੍ਹਾਂ 8ਵੇਂ ਪਾਤਸ਼ਾਹ ਨੂੰ ਵੀ ਸੰਗਤ ਨੇ ਉਸੇ ਨਜ਼ਰੀਏ ਨਾਲ ਦੇਖਿਆ ਹੈ। ਕਿਸੇ ਨੇ ਮਨ 'ਚ ਸ਼ੰਕਾ ਨਹੀਂ ਕੀਤਾ ਵੀ ਇਹਨਾਂ ਦੀ ਉਮਰ ਛੋਟੀ ਹੈ, ਇਹ ਸਾਡਾ ਭਲਾ ਕਰ ਸਕਦੇ ਜਾਂ ਨਹੀਂ ਕਰ ਸਕਦੇ। ਇਦਾਂ ਦੀਆਂ ਗੱਲਾਂ ਮਨ 'ਚ ਆਈਆਂ ਹੀ ਨਹੀਂ, ਬਲਕਿ ਪੂਰਨ ਵਿਸ਼ਵਾਸ ਰਿਹਾ ਹੈ ਵੀ ਇਹ ਗੁਰੂ ਹਨ, ਗੁਰੂ ਨਾਨਕ ਦੀ ਜੋਤ ਹਨ ਅਤੇ ਜੋ ਇਹ ਕਰਨਗੇ ਉਹ ਹੋ ਜਾਏਗਾ। ਐਸਾ ਵਿਸ਼ਵਾਸ ਗੁਰੂ ਕੀ ਸੰਗਤ ਵਿੱਚ, ਦਿੱਲੀ ਦੀ ਸੰਗਤ ਵਿੱਚ ਪਾਇਆ ਗਿਆ ਹੈ। ਅਬ ਮਮ ਰਹਿਨ ਬਨ ਹੈ ਨਹ ਈਹਾ। ਪਰ ਰਾਜਾ ਜੀ ਹੁਣ ਸਾਡਾ ਇੱਥੇ ਰਹਿਣਾ ਨਹੀਂ ਬਣਦਾ। ਗੁਰੂ ਸਾਹਿਬ ਦੇ ਨਾਲ ਤਾਂ ਅਸੀਂ ਇੱਥੇ ਆ ਗਏ ਸੀ, ਰਹਿੰਦੇ ਸੀ, ਪਰ ਜੇ ਹੁਣ ਗੁਰੂ ਸਾਹਿਬ ਵੀ ਸਾਨੂੰ ਛੱਡ ਗਏ ਨੇ ਤੇ ਹੁਣ ਦਿੱਲੀ 'ਚ ਸਾਡਾ ਰਹਿਣਾ ਸਾਨੂੰ ਮਨ ਨੂੰ ਚੰਗਾ ਨਹੀਂ ਲੱਗਦਾ। ਹਾਂਜੀ, ਕੀਰਤਪੁਰ ਪਹੁੰਚਣ ਕੀ ਪ੍ਰੀਹਾ। ਸਾਡੇ ਮਨ 'ਚ ਇੱਛਾ ਹੈ ਵਾਪਸ ਹੁਣ ਕੀਰਤਪੁਰ ਸਾਹਿਬ ਚਲੇ ਜਾਈਏ। ਉੱਥੇ ਗੁਰੂ ਕੀ ਨਗਰੀ ਹੈ, ਵੱਡਿਆਂ ਦੀ ਵਸਾਈ ਹੋਈ, ਉੱਥੇ ਰਵਾਂਗੇ। ਜਿੰਨਾ ਸਮਾਂ ਪ੍ਰਮਾਤਮਾ ਨੇ ਸਾਡੇ ਸਵਾਸਾਂ ਦਾ ਦਿੱਤਾ ਹੋਇਆ ਉੱਥੇ ਗੁਜ਼ਾਰਾਂਗੇ। ਕੇਤਕ ਦਿਵਸ ਬਾਸ ਇਸ ਥਾਨ। ਕੁਝ ਦਿਨ ਅਸੀਂ ਹੋਰ ਦਿੱਲੀ 'ਚ ਰਹਿ ਕੇ ਤੇ ਫਿਰ ਵਾਪਸ ਚਲੇ ਜਾਣਾ ਪੰਜਾਬ ਨੂੰ। ਪੁਨ ਅਭਿਲਾਖਾ ਕਰਨ ਪਿਆਨ। ਫਿਰ ਅਸੀਂ ਇੱਥੋਂ ਜਾਣ ਦਾ ਤਿਆਰਾ ਕਰਾਂਗੇ। ਕੁਝ ਦਿਨ ਤਾਂ ਚਲੋ ਅਜੇ ਹੁਣ ਮਹਾਰਾਜ ਦਾ ਨਵਾਂ ਇੱਕ ਸਾਕਾ ਬਣਿਆ, ਵਰਤਾਰਾ ਵਰਤਿਆ, ਜੋਤੀ ਜੋਤ ਸਮਾ ਗਏ ਨੇ ਤੇ ਇਸ ਕਰਕੇ ਅਸੀਂ ਅਜੇ ਕੁਝ ਦਿਨ ਤਾਂ ਨਹੀਂ ਜਾ ਸਕਦੇ, ਪਰ ਕੁਝ ਦਿਨਾਂ ਤੋਂ ਬਾਅਦ ਰਾਜਾ ਜੀ ਅਸੀਂ ਤੁਹਾਡੇ ਤੋਂ ਛੁੱਟੀ ਲਵਾਂਗੇ। ਅਸੀਂ ਆਪਣੇ ਗੁਰੂ ਕੀ ਨਗਰੀ ਕੀਰਤਪੁਰ ਸਾਹਿਬ ਜਾ ਕੇ ਰਵਾਂਗੇ। ਸੁਣ ਕਰ ਕਹਿਤ ਪਇਓ ਨਰ ਰਾਈ। ਇਹ ਸੁਣ ਕੇ ਰਾਜਾ ਜੈ ਸਿੰਘ ਬੇਨਤੀ ਕਰਨ ਲੱਗਾ, ਸਰਬ ਕਰਨ ਤੇ ਜਿਮ ਤਲ ਆਈ। ਦੇਖੋ ਮਾਤਾ ਜੀ, ਜਿਵੇਂ ਸਾਰੇ ਗੁਰੂਆਂ ਤੋਂ ਮ੍ਰਿਤੀ ਚਲੀ ਆਈ ਹੈ, ਪਿੱਛੋਂ ਗੁਰੂ ਨਾਨਕ ਦੇਵ ਜੀ ਤੋਂ ਹੀ ਮਰਿਆਦਾ ਕਾਇਮ ਹੈ। ਨਿਜਗਾ ਦੀ ਪਰ ਪ੍ਰਥਮ ਬਿਠਾਏ। ਜੋਤੀ ਜੋਤ ਸਮਾਨ ਤੋਂ ਪਹਿਲਾਂ ਗੁਰੂ ਸਾਹਿਬ ਆਪਣੀ ਗੱਦੀ ਕਿਸੇ ਨੂੰ ਦੇ ਕੇ ਜਾਂਦੇ, ਕਿਸੇ ਮਹਾਂਪੁਰਸ਼ ਨੂੰ, ਕਿਸੇ ਗੁਯੋਗ ਪੁੱਤਰ ਨੂੰ, ਸੇਵਕ ਨੂੰ ਗੱਦੀ ਦਿੰਦੇ ਰਹੇ। ਗੁਰੂ ਨਾਨਕ ਸਾਹਿਬ ਭਾਈ ਲਹਿਣੇ ਨੂੰ ਦਿੱਤੀ, ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੀ, ਉਹਨਾਂ ਨੇ ਗੁਰੂ ਰਾਮਦਾਸ ਜੀ ਨੂੰ, ਫਿਰ ਗੁਰੂ ਅਰਜਨ ਦੇਵ ਜੀ, ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਫਿਰ ਤੁਹਾਡੇ ਪਤੀ ਜੀ ਸਤਿਗੁਰੂ ਹਰਿਰਾਏ ਸਾਹਿਬ ਜੀ ਆਏ ਗੱਦੀ ਤੇ ਹੁਣ ਤੁਹਾਡੇ ਸੁਪੁੱਤਰ ਸਨ। ਇਹ 8ਵੀਂ ਪਾਤਸ਼ਾਹੀ ਸਨ। ਬਾਹਰ ਬੈਕੁੰਠ ਬਸਨ ਪਧਰਾਏ। ਜਾਣ ਤੋਂ ਪਹਿਲਾਂ ਗੱਦੀ ਦੇ ਜਾਂਦੇ ਸਨ, ਫਿਰ ਬੈਕੁੰਠ ਜਾਂਦੇ ਸਨ। ਸੋਗਤ ਇਨ ਤੇ ਕਿਮ ਬਨਿਆਈ। ਪਰ ਇਹਨਾਂ ਨੇ ਸਤਿਗੁਰਾਂ ਨੇ ਜੋ ਇਹ ਬਚਨ ਕੀਤਾ ਹੈ ਬਾਬਾ ਬਕਾਲੇ, ਉਸ ਤੋਂ ਅੱਗੇ ਹੋਰ ਕੋਈ ਗੱਲ ਕਲੀਅਰ ਨਹੀਂ ਦੱਸੀ। ਕਿਸ ਕੋ ਦੀਨ ਜਗਤ ਗੁਰਿਆਈ। ਕਿਸ ਨੂੰ ਗੁਰਿਆਈ ਦਿੱਤੀ ਹੈ, ਅਜੇ ਤੱਕ ਕੋਈ ਗੱਲ ਸੰਗਤ ਵਿੱਚ ਸਾਫ਼ ਨਹੀਂ ਹੋਈ। ਸੰਗਤ ਦੇ ਵਿੱਚ ਇਹ ਗੱਲ ਕਲੀਅਰ ਨਹੀਂ ਹੋ ਸਕੀ ਅਜੇ ਤੱਕ ਵੀ ਗੁਰੂ ਸਾਹਿਬ ਦੀ ਗੱਦੀ ਤੇ ਹੁਣ ਕੌਣ ਬੈਠੇਗਾ। ਅਬ ਜਿਸ ਕੋ ਦੀ ਜਹ ਉਪਹਾਰ। ਹੁਣ ਜਿਸ ਨੂੰ ਆਪਾਂ ਭੇਟਾ ਦੇਣੀ ਹੈ, ਜਿਸ ਨੂੰ ਮੱਥਾ ਟੇਕਣਾ ਹੈ, ਜਿਸ ਨੂੰ ਗੁਰੂ ਨਾਨਕ ਦਾ 9ਵਾਂ ਰੂਪ ਮੰਨਣਾ ਹੈ, ਉਹ ਇਸ ਵੇਲੇ ਕਿੱਥੇ ਹਨ, ਕੌਣ ਹਨ, ਕਿਹਨਾਂ ਨੂੰ ਅਸੀਂ ਮੰਨੀਏ। ਸਰਬ ਸਮਾਜ ਆਦ ਦਸਤਾਰ। ਜੋ ਦਸਤਾਰ ਦੇਣੀ ਹੈ ਗੁਰਤਾ ਗੱਦੀ ਦੀ, ਜੋ ਗੁਰੂ ਘਰ ਦੀਆਂ ਰਸਮਾਂ ਰੀਤਾਂ ਹਨ ਉਹ ਪੂਰੀਆਂ ਕਰਨੀਆਂ ਹਨ, ਉਹ ਅਸੀਂ ਕਿੱਥੇ ਕਰੀਏ। ਥਿਰ ਕਰ ਬਖਸ਼ਮ ਸੰਦ ਅਗਾਊ। ਇਹ ਜਦੋਂ ਰਾਜਾ ਜੈ ਸਿੰਘ ਮਾਤਾ ਜੀ ਨੂੰ ਸਵਾਲ ਕਰ ਰਿਹਾ ਸੀ, ਮਾਤਾ ਕਿਸ਼ਨ ਕੌਰ ਜੀ ਨੂੰ, ਤਾਂ ਸਾਹਮਣੇ ਬੈਠੇ ਭਾਈ ਗੁਰਬਖਸ਼ ਮਸੰਦ ਬੋਲਿਆ, ਤਿਹ ਸੋ ਇਮ ਪੂਜਿਓ ਜਬ ਰਾਉ। ਜਦੋਂ ਰਾਜੇ ਨੇ ਉਹਨੂੰ ਵੀ ਪੁੱਛਿਆ, ਤਬ ਸਗਰੋ ਬਿਰਤਾਂਤ ਬਖਾਨਾ। ਤਾਂ ਭਾਈ ਗੁਰਬਖਸ਼ ਮਸੰਦ ਨੇ ਰਾਜੇ ਨੂੰ ਬੜੇ ਵਿਸਥਾਰ ਨਾਲ ਦੱਸਿਆ, ਸਭ ਸੰਗਤ ਟਿਗ ਕਿਰਪਾ ਨਿਧਾਨਾ, ਕਿ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੰਗਤ ਨੇ ਬੇਨਤੀ ਕੀਤੀ ਸੀ, ਪੌੜੇ ਚਹਤ ਪਰਲੋਕ ਪਧਾਰੇ। ਮਹਾਰਾਜ ਉਸ ਵੇਲੇ ਆਸਣ ਤੇ ਵਿਰਾਜਮਾਨ ਸਨ ਤੇ ਪਰਲੋਕ ਜਾਣ ਦੀ ਤਿਆਰੀ ਕਰ ਰਹੇ ਸਨ। ਤਬ ਸਿੱਖਿਅਨ ਮਿਲ ਬਾਕ ਉਚਾਰੇ। ਉਦੋਂ ਸਾਰੇ ਸਿੱਖਾਂ ਨੇ ਬੇਨਤੀ ਕੀਤੀ, ਆਪ ਸਮਾਵਨ ਲਗੇ ਸੁਛੰਦ। ਇਹ ਮਹਾਰਾਜ ਆਪ ਜੋਤੀ ਜੋ ਸਮਾਨ ਲੱਗੇ ਹੋ। ਕੋ ਬੈਠਾ ਅਬ ਗੁਰ ਮਸਨੰਦ। ਗੁਰੂ ਦੀ ਗੱਦੀ ਤੇ ਕਿਸ ਨੂੰ ਬਿਠਾ ਚੱਲੇ ਹੋ, ਤੁਹਾਡੀ ਗੱਦੀ ਤੇ ਕੌਣ ਬਣੇਗਾ ਗੁਰੂ ਨਾਨਕ ਦਾ 9ਵਾਂ ਰੂਪ। ਕਿਸ ਆਗੇ ਹਮ ਮਸਤਕ ਟੇਕੈ ਹੈ। ਅਸੀਂ ਗੁਰੂ ਕੇ ਸਿੱਖ ਕਿਹਦੇ ਆਸਰੇ ਤੇ ਰਵਾਂਗੇ, ਕਿਸ ਨੂੰ ਮੱਥਾ ਟੇਕਾਂਗੇ, ਗੁਰੂ ਜਾਣ ਕੇ। ਕੋ ਉਪਦੇਸ਼ ਹੈ ਦਾਸ ਵਿਵੇਕ ਹੈ। ਕਿਹੜਾ ਸਾਨੂੰ ਆਤਮ ਗਿਆਨ ਦੀ ਸੋਝੀ ਬਖਸ਼ੇਗਾ,
ਕਿਹੜਾ ਪੂਰਾ ਸਤਿਗੁਰੂ ਹੋਵੇਗਾ। ਪੂਰਬ ਰੀਤ ਗੁਰਨ ਕੀ ਜੋਈ। ਜੋ ਗੁਰੂਆਂ ਦੀ ਪਹਿਲਾਂ ਰੀਤ ਚੱਲੀ ਆਈ ਹੈ, ਮਰਜ਼ਾਦਾ ਚੱਲੀ ਆਈ ਹੈ, ਕਿਮ ਕੀ ਨਸ ਕਹਿ ਮਿਟਹਿ ਸੋਈ। ਉਹ ਅੱਗੇ ਚੱਲੇਗੀ ਜਾਂ ਇੱਥੇ 8ਵੇਂ ਪਾਤਸ਼ਾਹ ਤੇ ਕੀ ਸਮਾਪਤ ਹੋ ਜਾਏਗੀ ਗੁਰੂਆਂ ਦੀ ਲੜੀ। ਇਤਿਆਦਿਕ ਸੁਨ ਉੱਠ ਕਰ ਬੈਠੇ। ਇਸ ਤਰ੍ਹਾਂ ਦੇ ਬਚਨ ਸੁਣ ਕੇ ਨਾ ਸਾਰੀ ਸੰਗਤ ਦੇ ਬਚਨ ਸੁਣ ਕੇ ਮਹਾਰਾਜ ਉੱਠ ਕੇ ਬਹਿ ਗਏ ਸਨ। ਜਹ ਦਿਸ਼ ਦੇਖੈ ਸਿੱਖ ਇਕੇਠਾ। ਸਾਰੇ ਪਾਸੇ ਸੰਗਤ ਹੱਥ ਜੋੜ ਕੇ ਖੜੀਆਂ ਸਨ। ਗੁਰੂ ਗ੍ਰੰਥ ਹੈ ਪ੍ਰਥਮ ਬਖਾਨਾ। ਪਹਿਲਾਂ ਤੇ ਉਹਨਾਂ ਨੇ ਇਹ ਬਚਨ ਕਹੇ ਸੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਾਰਿਆਂ ਦਾ ਗੁਰੂ ਹੈ। ਤੇ 8ਵੇਂ ਪਾਤਸ਼ਾਹ ਨੇ ਸਾਰੀ ਸੰਗਤ ਨੂੰ ਕਿਹਾ ਵੀ ਗੁਰਬਾਣੀ ਗੁਰੂ ਹੈ। ਬਾਣੀ ਵਿੱਚ ਸਾਨੂੰ ਵੇਖੋ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। 8ਵੇਂ ਪਾਤਸ਼ਾਹ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਸਭ ਕੇਰਾ। ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਾਰਿਆਂ ਦਾ ਗੁਰੂ ਹੈ। ਸਤਨਾਮ ਮਹਿਮਾ ਮਹਿਆਨਾ। ਇਹਦੇ ਵਿੱਚ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਹੈ। ਨਾਮ ਜਪੋ ਤੇ ਬਾਣੀ ਪੜੋ, ਇਹਦੇ ਵਿੱਚੋਂ ਰਸਤਾ ਲੱਭੋ। ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ ਲੈ। ਅਸਲ ਗੁਰੂ ਤੇ ਸ਼ਬਦ ਹੀ ਹੈ ਨਾ। ਸ਼ਬਦ ਗੁਰ ਪੀਰਾ ਕਹਿਰ ਗੰਭੀਰਾ, ਬਿਨ ਸ਼ਬਦੈ ਜਗ ਬੋਰਾਨੋ। ਹਾਂਜੀ, ਪੈਸੇ ਪੰਜ ਨ ਲੇਰ ਮੰਗਾਏ। ਫਿਰ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਠੀਕ ਸਾਡੇ ਗੁਰੂ ਹਨ, ਪਰ ਫਿਰ ਵੀ ਕੋਈ ਸਾਨੂੰ ਜਿਹੜਾ ਇਸ ਗੱਦੀ ਉੱਤੇ ਬੈਠ ਕੇ ਗੁਰਬਾਣੀ ਦਾ ਉਪਦੇਸ਼ ਦਵੇ, ਉਹ ਸਤਿਗੁਰੂ ਕੌਣ ਹੋਣਗੇ, ਸਰੀਰਕ ਤੌਰ ਤੇ ਮਰਜ਼ਾਦਾ ਕੌਣ ਨਿਭਾਣਗੇ। ਤਾਂ ਮਹਾਰਾਜ ਨੇ 5 ਪੈਸੇ ਤੇ ਨਾਰੀਅਲ ਮੰਗਵਾਇਆ। ਕਹਿ ਕਰ ਧਰ ਕਰ ਸੀਸ ਨਿਵਾਏ। 5 ਪੈਸੇ ਨਾਰੀਅਲ ਧਰਤੀ ਤੇ ਧਰ ਕੇ ਮੱਥਾ ਟੇਕਿਆ। ਬੋਲੇ ਸਬਨ ਸੁਨਾਏ ਬਿਸਾਲੇ। ਫਿਰ ਸਾਰੀ ਸੰਗਤ ਨੂੰ ਸੁਣਾ ਕੇ ਕਹਿਣ ਲੱਗੇ ਬਸ ਹੈ ਬਾਬਾ ਬੀਚ ਬਕਾਲੇ। ਕਿ ਬਾਬਾ ਬਕਾਲੇ ਵਿੱਚ ਰਹਿੰਦਾ ਹੈ। ਇਹ ਬਚਨ ਕਰ ਗਏ, ਨਾਮ ਉਚਾਰਨ ਕਰਿਓ ਨਾ ਕਿਸ ਕੋ। ਪਰ ਕਿਸੇ ਦਾ ਨਾਂ ਨਹੀਂ ਲਿਆ। ਕਿਹੜਾ ਗੁਰੂ ਹੋਵੇਗਾ, ਬਕਾਲੇ ਵਿੱਚ ਰਹਿਣ ਵਾਲੇ ਬਾਬੇ ਦਾ ਨਾਂ ਕੀ ਹੈ, ਇਹ ਨਹੀਂ ਦੱਸਿਆ। ਸੁਨਤ ਰਹੇ ਦੇਖਤ ਮੁਖ ਦਿਸ਼ ਕੋ। ਉਸ ਵੇਲੇ ਸਾਰੀ ਸੰਗਤ ਉਹਨਾਂ ਦੇ ਚਿਹਰੇ ਵੱਲ ਦੇਖਦੀ ਰਹਿ ਗਈ ਤੇ ਉਹ ਇਹ ਬਚਨ ਕਹਿ ਕੇ ਜੋਤੀ ਜੋਤ ਸਮਾ ਗਏ। ਪੁਨ ਪੌਡੇ ਸ੍ਰੀ ਗੁਰੂ ਕਿਰਪਾਲਾ। ਤੇ ਸਤਿਗੁਰੂ ਜੀ ਲੇਟ ਗਏ, ਬਿਰਾਜ ਗਏ ਆਪਣੇ ਆਸਣ ਤੇ। ਤ੍ਰਿਣ ਸਮ ਤਨ ਤਿਆਗਿਓ ਤਤਕਾਲਾ। ਉਸੇ ਵੇਲੇ ਚੋਲਾ ਛੱਡ ਦਿੱਤਾ। ਗ੍ਰਾਮ ਬਕਾਲਾ ਨਿਰਣੈ ਹੋਵਾ। ਹੁਣ ਇਹ ਤਾਂ ਗੱਲ ਰਾਜਾ ਜੀ ਪੱਕੀ ਹੋ ਗਈ ਹੈ ਵੀ ਜਿਨ੍ਹਾਂ ਨੂੰ ਗੱਦੀ ਮਿਲਣੀ ਹੈ, ਜਿਹੜੇ ਗੁਰੂ ਬਣੇ ਹਨ ਇਸ ਵੇਲੇ, ਜਿਨ੍ਹਾਂ 'ਚ ਜੋਤ ਟਿਕ ਗਈ ਹੈ, ਉਹ ਬਕਾਲੇ ਨਗਰ 'ਚ ਰਹਿੰਦੇ ਹਨ। ਗੋਗਰ ਥਪਿਓ ਨਾ ਸੰਸੈ ਖੋਵਾ। ਤੇ ਪਰ ਉੱਥੇ ਬਕਾਲੇ ਪਿੰਡ 'ਚ ਕੌਣ ਹੈ? ਇੱਕ ਤਾਂ ਨਹੀਂ ਨਾ ਰਹਿੰਦੇ ਹੋਣੇ, ਕਿੰਨੇ ਹੀ ਹੋਣਗੇ ਉੱਥੇ ਮਹਾਂਪੁਰਸ਼, ਕਿੰਨੇ ਹੀ ਹੋਣਗੇ ਸਾਧੂ ਗੁਰਸਿੱਖ, ਕੌਣ ਹੋਣਗੇ? ਅਜੇ ਉਹ ਗੱਲ ਸੰਸ਼ੇ ਵਿੱਚ ਹੈ। ਉਹ ਗੱਲ ਦਾ ਅਜੇ ਪਤਾ ਪੂਰੀ ਤਰ੍ਹਾਂ ਸੰਗਤ ਨੂੰ ਨਹੀਂ ਲੱਗ ਸਕਿਆ। ਨਹਿ ਕਿਸ ਹੂੰ ਤੇ ਜਾਣਿਓ ਗਇਓ। ਕਿਸੇ ਨੂੰ ਵੀ ਇਸ ਗੱਲ ਦਾ ਭੇਤ ਨਹੀਂ ਆਇਆ ਵੀ ਬਕਾਲੇ ਵਿੱਚ ਕਿਹੜਾ ਬਾਬਾ ਕਿਹਾ ਹੈ। ਪੁਨ ਕਰ ਬੂਝ ਨ ਉੱਤਰ ਲਿਓ। ਤੇ ਕਿਸੇ ਨੇ ਪੁੱਛਣ ਦੀ ਵੀ ਉਸ ਵੇਲੇ ਹਿੰਮਤ ਨਹੀਂ ਕੀਤੀ ਤੇ ਨਾ ਹੀ ਗੁਰੂ ਸਾਹਿਬ ਨੇ ਦੱਸਿਆ ਹੈ। ਜੇ ਗੁਰੂ ਸਾਹਿਬ ਨੂੰ ਪੁੱਛ ਲੈਂਦੇ ਵੀ ਨਾਂ ਵੀ ਦੱਸ ਦਿਓ ਤਾਂ ਫਿਰ ਹੁਣੇ ਹੀ ਗੱਲ ਸਾਫ਼ ਹੋ ਜਾਣੀ ਸੀ। ਤਉ ਸੁਨਹੁ ਹੈ ਪ੍ਰਿਥਵੀਨਾਥ। ਇਹ ਰਾਜਾ ਜੀ ਫਿਰ ਵੀ ਸੁਣੋ, ਬਨਿਓ ਜੋ ਗੁਰ ਹੈ ਅਜ਼ਮਤ ਸਾਥ। ਜਿਹੜਾ ਵੀ ਹੁਣ ਗੁਰੂ ਬਣਿਆ ਹੋਏਗਾ, ਜਿਹੜਾ ਵੀ ਗੁਰਤਾ ਗੱਦੀ ਤੇ ਬੈਠੇਗਾ, ਉਹਦੇ 'ਚ ਕੋਈ ਨਾ ਕੋਈ ਕਰਾਮਾਤ ਸ਼ਕਤੀ ਆਪੇ ਹੀ ਪ੍ਰਗਟ ਹੋਵੇਗੀ। ਕਿਉਂਕਿ ਬਿਨਾਂ ਕਲਾ ਦੇ, ਬਿਨਾਂ ਸ਼ਕਤੀ ਦੇ ਤਾਂ ਕੋਈ ਗੁਰੂ ਬਣਦਾ ਹੀ ਨਹੀਂ। ਜਿਹਦੀ ਅਕਾਲ ਪੁਰਖ ਵਾਹਿਗੁਰੂ ਵੱਲੋਂ, ਪਰਮਾਤਮਾ ਵੱਲੋਂ ਦੇਵੀ ਸ਼ਕਤੀਆਂ ਦਾ ਖਜ਼ਾਨਾ ਜਿਹਦੇ ਕੋਲ ਹੋਵੇਗਾ, ਉਹ ਬਕਾਲੇ ਦਾ ਕੋਈ ਮਹਾਂਪੁਰਸ਼ ਹੋਵੇਗਾ, ਫਿਰ ਉਸ ਨੂੰ ਪਛਾਣ ਲਵਾਂਗੇ। ਅਰਦਾਸ ਕਰੀ ਜਾਂਦੇ ਆ ਵੀ ਜਿਹੜੇ ਵੀ ਗੁਰੂ ਹਨ, ਗੁਰੂ ਨਾਨਕ ਦੀ ਗੱਦੀ ਤੇ 9ਵੇਂ ਗੁਰੂ ਹਨ, ਉਹ ਆਪ ਹੀ ਪ੍ਰਗਟ ਹੋ ਜਾਣ। ਬਸ ਇੱਥੋਂ ਤੱਕ ਹੀ ਹੁਣ ਸਾਡੀ ਆਸ ਰਹਿ ਗਈ ਹੈ। ਹੁਣ ਅਸੀਂ ਕੁਝ ਕਹਿ ਨਹੀਂ ਸਕਦੇ ਵੀ 9ਵੇਂ ਪਾਤਸ਼ਾਹ ਕੌਣ ਹਨ, ਕਿੱਥੇ ਰਹਿੰਦੇ ਹਨ। ਇਹ ਜ਼ਰੂਰ ਹੈ ਬਕਾਲੇ ਵਿੱਚ ਉਹਨਾਂ ਨੇ ਬਚਨ ਕਿਹਾ, ਪਰ ਬਕਾਲਾ ਤਾਂ ਇੱਕ ਵੱਡਾ ਨਗਰ ਹੈ। ਐਡੇ ਵੱਡੇ ਨਗਰ ਦੇ ਵਿੱਚ ਕੌਣ ਹੋਵੇਗਾ, ਅਜੇ ਸੰਗਤ ਨੂੰ ਗੱਲ ਸਾਫ਼ ਨਹੀਂ ਹੋਈ। ਸੂਰਜ ਸਾਹਮਣੇ ਛਪਹਿ ਕਦਾਈ। ਪਰ ਇਹ ਸਾਡਾ ਵਿਸ਼ਵਾਸ ਹੈ ਵੀ ਚੜਿਆ ਹੋਇਆ ਸੂਰਜ ਕੋਠਾਲੀ 'ਚ ਨਹੀਂ ਲੁਕਿਆ ਕਰਦਾ। ਇਹ ਜਿਹੜਾ ਗੱਦੀ ਤੇ ਬੈਠੇਗਾ ਮਹਾਂਪੁਰਸ਼, ਉਹ ਸੂਰਜ ਦੀ ਤਰ੍ਹਾਂ ਚਮਕੇਗਾ।
ਤੇ ਉਹਦੀ ਮਹਿਮਾ ਪਸਰ ਜਾਏਗੀ, ਆਪੇ ਹੀ ਪ੍ਰਗਟ ਹੋ ਜਾਏਗੀ। ਸਿੱਖ ਸੰਗਤ ਲੈ ਖੋਜ ਗੁਸਾਈ, ਗੁਰੂ ਕੀ ਸੰਗਤ ਗੁਰਸਿੱਖ ਲੱਭ ਲੈਣਗੇ ਗੁਰੂ ਨੂੰ। ਬਹੁ ਨਿਕੇਤਹ ਤਹ ਸੋ ਦੀਨ, ਹਾਂ, ਉੱਥੇ ਸੋਢੀਆਂ ਦੇ ਘਰ ਹਨ, ਕਈ ਲੋਕ ਉੱਥੇ ਰਹਿੰਦੇ ਹਨ। ਬਾਸੈ ਸਤਿਗੁਰ ਬੰਸ ਪ੍ਰਵੀਨ, ਉੱਥੇ ਗੁਰੂ ਦਾ ਵੰਸ਼ ਉੱਥੇ ਰਹਿੰਦਾ ਹੈ, ਤੇ ਹੋ ਸਕਦਾ ਉਹਨਾਂ ਵਿੱਚੋਂ ਹੀ ਕੋਈ ਸੋਢੀ ਗੁਰੂ ਹੋਣਗੇ ਜਿਨ੍ਹਾਂ ਨੂੰ ਆਪਾਂ ਜਾ ਕੇ ਆਪਣਾ ਗੁਰੂ ਬਣਾਵਾਂਗੇ। ਪਰ ਤਾਂ ਹੀ ਬਣਾਵਾਂਗੇ ਜੋ ਆਪਣੀ ਕਲਾ ਨਾਲ ਪ੍ਰਗਟ ਹੋਣਗੇ। ਗੁਰਤਾ ਕਹ ਕਾਰਜ ਜਬ ਪਰੈ, ਜਦੋਂ ਕੋਈ ਗੁਰੂ ਘਰ ਦਾ ਕੰਮ ਪਵੇਗਾ, ਵੱਡਾ ਕਾਰਜ ਅੜੇਗਾ, ਗੁਰੂ ਪੂਰਾ ਕਰੇਗਾ, ਫਿਰ ਗੁਰੂ ਦੀ ਭਾਲ ਹੋਵੇਗੀ। ਇਹ ਹੁਣ ਗੁਰੂ ਹੀ ਜਾਣਦਾ ਵੀ ਗੁਰੂ ਕਿਵੇਂ ਪ੍ਰਗਟ ਹੋਵੇਗਾ। ਆਉਣ ਵਾਲੇ ਸਮੇਂ ਦੀ ਵਾਰਤਾ ਅਸੀਂ ਨਹੀਂ ਜਾਣਦੇ। ਹਾਂਜੀ, ਆਪਾ ਬਿਦਤ ਆਪ ਹੀ ਕਰੈ, ਜਿਹੜੇ ਗੁਰੂ ਹੋਣਗੇ ਆਪ ਹੀ ਆਪਣਾ ਆਪ ਪ੍ਰਗਟ ਕਰ ਦੇਣਗੇ। ਰਾਮ ਰਾਏ ਔਰ ਮਤ ਸਰਤਾਰੀ, ਬਾਕੀ ਰਹੇ ਬਾਬਾ ਰਾਮ ਰਾਏ ਜੀ, ਉਹ ਤਾਂ ਤੁਸੀਂ ਰਾਜਾ ਜੀ ਜਾਣਦੇ ਹੀ ਹੋ ਵੀ ਈਰ ਖਾਲੂ ਹਨ। ਉਹਨਾਂ ਨੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੰਨਾ ਕਰੜਾ ਬਚਨ ਕਿਹਾ ਵੀ ਇਹ ਖਾਜਾ ਮਾਤਾ ਦਾ ਖਾਜਾ ਬਣਨਗੇ, ਤੇ ਉਹਨਾਂ ਦੀ ਈਰਖਾ ਕਰਕੇ ਹੁਣ ਗੱਦੀ ਉਹਨਾਂ ਨੂੰ ਤਾਂ ਦਿੱਤੀ ਨਹੀਂ ਜਾ ਸਕਦੀ। ਵੱਡੇ ਸਤਿਗੁਰਾਂ ਨੇ ਨਹੀਂ ਦਿੱਤੀ, ਸਤਵੇਂ ਪਾਤਸ਼ਾਹ ਨੇ, ਤੇ ਅਸੀਂ ਉਹਨਾਂ ਨੂੰ ਕਿਵੇਂ ਮੱਥਾ ਟੇਕ ਸਕਦੇ ਹਾਂ। ਹਾਂਜੀ, ਇਹ ਨ ਰਹਿਓ ਗੁਰਤਾ ਅਧਿਕਾਰੀ, ਇਹ ਤਾਂ ਈਰਖਾਲੂ ਹਨ, ਗੁਰਤਾ ਗੱਦੀ ਦੇ ਅਧਿਕਾਰੀ ਨਹੀਂ ਹਨ। ਸਤਿਗੁਰ ਪਿਤਨੇ ਕਾਰਜ ਕਰਿਓ, ਪਿਤਾ ਗੁਰਦੇਵ ਮਹਾਰਾਜ ਜੀ ਨੇ ਸਭ ਸੰਗਤ ਬਹਿ ਬਿਦਤ ਉਚਰਿਓ, ਸਾਰੀ ਸੰਗਤ ਵਿੱਚ ਹੀ ਬਚਨ ਕਰਤਾ ਸੀ ਗੁਰੂ ਹਰਿ ਸਾਹਿਬ ਨੇ। ਬੈਰ ਭਾਵ ਕੋ ਇਹ ਫਲ ਹੋਵਾ, ਤੋ ਇਸ ਰਾਮ ਰਾਏ ਨੇ ਬੈਰ ਭਾਵ ਰੱਖਿਆ ਹੈ। ਗੁਰੂ 8ਵੇਂ ਪਾਤਸ਼ਾਹ ਨਾਲ ਵੀ ਬੈਰ ਭਾਵ ਕੀਤਾ, ਸ਼ਰੀਕਾ ਕੀਤਾ ਹੈ, ਉਹਦਾ ਇਹਨਾਂ ਨੂੰ ਇਹ ਫਲ ਮਿਲਿਆ ਹੈ। ਕਰਤਾ ਪਦ ਨਿਜ ਕਰਤੇ ਖੋਵਾ, ਇਹਨਾਂ ਦੇ ਘਰੋਂ ਗੁਰਿਆਈ ਚਲੀ ਗਈ ਹੈ। ਨਹੀਂ ਤਾਂ ਰਾਮ ਰਾਏ ਬੜਾ ਯੋਗ ਸੀ, ਬੜਾ ਸਿਆਣਾ ਸੀ, ਗੁਰਬਾਣੀ ਦਾ ਵੀ ਵਿਦਵਾਨ ਸੀ, ਔਰ ਬਾਬਾ ਰਾਮ ਰਾਏ ਕਰਾਮਾਤਾਂ ਸ਼ਕਤੀਆਂ ਨਾਲ ਵੀ ਲਬਾਲਬ ਭਰਿਆ ਪਿਆ ਸੀ। ਪਰ ਜਿਹੜੀ ਖੇਡ ਬਰੀਕੀ ਦੀ ਹੈ, ਭਾਣਾ ਮੰਨਣ ਦੀ, ਹੁਕਮ ਰਜਾਈ ਚੱਲਣ ਦੀ, ਉਹ ਨਹੀਂ ਸੀਗੀ। ਇਸ ਕਰਕੇ ਗੁਰਤਾ ਗੱਦੀ ਦੇ ਅਧਿਕਾਰੀ ਨਹੀਂ ਬਣ ਸਕੇ। ਸ਼੍ਰੀ ਗੁਰ ਦਿੱਤੇ ਸਤ ਹਰਿ ਰਾਏ, ਦੂਜੇ ਮਹਾਰਾਜ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਿ ਸਾਹਿਬ ਜੀ ਸਨ, 7ਵੇਂ ਪਾਤਸ਼ਾਹ। ਸਭ ਸਤ ਤਜ ਗੁਰ ਤਖਤ ਬਿਠਾਏ, ਉਹਨਾਂ ਨੂੰ ਗੁਰੂ 6ਵੇਂ ਪਾਤਸ਼ਾਹ ਨੇ ਆਪ ਗੱਦੀ ਦਿੱਤੀ ਸੀ ਆਪਣੇ ਪੁੱਤਰਾਂ ਨੂੰ ਛੱਡ ਕੇ। ਉਦੋਂ ਮਹਾਰਾਜ ਦੇ 3 ਪੁੱਤਰ ਮੌਜੂਦ ਸਨ, ਬਾਬਾ ਸੂਰਜਮਲ, ਬਾਬਾ ਅਣੀ ਰਾਏ ਤੇ ਬਾਬਾ ਤੇਗ ਬਹਾਦਰ। ਉਹਨਾਂ 3 ਪੁੱਤਰਾਂ ਨੂੰ ਛੱਡ ਕੇ ਗੱਦੀ ਗੁਰੂ ਸਾਹਿਬ ਜੀ ਨੇ ਆਪਣੇ ਪੋਤਰੇ ਗੁਰੂ ਹਰਿ ਸਾਹਿਬ ਨੂੰ ਦਿੱਤੀ ਸੀ। ਤਿਨਹੁ ਆਪਣੇ ਸਦਨ ਟਿਕਾਈ, ਤੇ ਉਹਨਾਂ ਨੇ ਗੱਦੀ ਆਪਣੇ ਘਰ ਰੱਖੀ। ਭਾਵ 17 ਸਾਲ ਉਹ ਗੁਰਤਾ ਗੱਦੀ ਤੇ ਰਹੇ ਹਨ। ਰਾਮ ਰਾਏ ਕਰ ਬਾਦ ਗਵਾਈ, ਰਾਮ ਰਾਏ ਨੂੰ ਮਿਲ ਜਾਣੀ ਸੀ, ਪਰ ਰਾਮ ਰਾਏ ਨੇ ਬਾਦ ਕਰਕੇ ਝਗੜਾ ਕਰਕੇ ਉਹ ਗਵਾ ਲਈ ਹੈ। ਸੋਢੀ ਅਬ ਸ਼ਰੀਕ ਗੁਰ ਹੋਏ, ਹੁਣ ਜਿਹੜੇ ਸੋਢੀ ਹਨ ਉਹਨਾਂ ਕੋਲ ਜਾਏਗੀ ਗੱਦੀ, ਇਹਨਾਂ ਦੇ ਘਰ 'ਚ ਨਹੀਂ ਰਵੇਗੀ, ਕਿਉਂਕਿ 8ਵੇਂ ਪਾਤਸ਼ਾਹ ਤਾਂ ਬਾਲ ਅਵਸਥਾ ਵਿੱਚ ਜੋਤੀ ਜੋਤ ਸਮਾ ਗਏ। ਰਾਮ ਰਾਏ ਨੂੰ ਗੁਰਿਆਈ ਗੱਦੀ ਮਿਲਣੀ ਨਹੀਂ। ਤੇ ਸਮਾਨ ਨਹਿ ਸਿੱਖ ਜੇ ਸਭ ਕੋਏ, ਹੁਣ ਜਿਹੜੇ ਗੁਰੂ ਉੱਥੇ ਪ੍ਰਗਟ ਹੋਣਗੇ ਉਹਨਾਂ ਨੂੰ ਹੀ ਗੁਰਤਾ ਗੱਦੀ ਤੇ ਸੰਗਤਾਂ ਮੰਨਣਗੀਆਂ। ਕਿਆ ਅਬ ਹਾਥ ਹਾਏ ਹੈ ਤਾਂ ਕੇ, ਹੁਣ ਰਾਮ ਰਾਏ ਦੇ ਹੱਥ ਕੀ ਆਇਆ ਹੈ, ਕੀ ਲੱਭਾ ਉਸ ਨੂੰ? ਦੇਖ ਅਨੁਜ ਕੋ ਮਤ ਸਰ ਜਾ ਕੇ, ਜਿਹਨੇ ਆਪਣੇ ਛੋਟੇ ਭਾਈ ਨਾਲ ਈਰਖਾ ਕੀਤੀ ਹੈ, ਉਹਨੂੰ ਹੁਣ ਦੂਜਿਆਂ ਦੀ ਈਰਖਾ ਦਾ ਸ਼ਿਕਾਰ ਹੋਣਾ ਪਵੇਗਾ। ਨਹਿ ਸਿਆਨਨ ਕੀ ਹੈ ਇਹ ਰੀਤ, ਇਹ ਸਿਆਣਿਆਂ ਵਾਲਾ ਕੰਮ ਨਹੀਂ ਕੀਤਾ ਉਹਨਾਂ ਨੇ, ਬਾਬੇ ਰਾਮ ਰਾਏ ਜੀ ਨੇ। ਜਿਨ ਜਿਨ ਸੁਣੀ ਸੋ ਪਨੀ ਅਨੀਤ, ਜਿਹੜੇ ਬੰਦੇ ਨੇ ਵੀ ਇਹ ਗੱਲ ਸੁਣੀ ਹੈ, ਉਹਨੇ ਇਹੀ ਆਖਿਆ ਵੀ ਬਾਬੇ ਰਾਮ ਰਾਏ ਜੀ ਨੇ ਗਲਤ ਕੰਮ ਕੀਤਾ ਹੈ। ਪ੍ਰਥਮ ਪਿਤਾ ਕੇ ਸਾਥ ਬਿਗਾਰੀ, ਪਹਿਲਾਂ ਤੇ ਆਪਣੇ ਪਿਤਾ ਨਾਲ ਹੀ ਵਿਗਾੜ ਲਈ ਗੁਰਬਾਣੀ ਦੀ ਤੁਕ ਉਲਟਾ ਕੇ। ਪੁਨਸਤ ਹਤਮਾ ਤਹ ਦੁਖਕਾਰੀ, ਫਿਰ ਮਾਤਾ ਜੀ ਦਾ ਇੱਕੋ ਇੱਕ ਪੁੱਤਰ ਆਪਣੇ ਛੋਟੇ ਭਾਈ ਨੂੰ ਮਾਰ ਦਿੱਤਾ ਹੈ। ਇਹ ਬੜਾ ਵੱਡਾ ਪਾਪ ਕੀਤਾ ਹੈ। ਸੁਨ ਮਸੰਦ ਤੇ ਜੈ ਸਿੰਘ ਰਾਉ, ਭਾਈ ਗੁਰਬਖਸ਼ ਦੀਆਂ ਇਹ ਗੱਲਾਂ ਸੁਣ ਕੇ ਰਾਜਾ ਜੈ ਸਿੰਘ ਨੇ ਕਹਿਓ ਬਿਮਾਤਨ ਪ੍ਰਾਤ ਸੁਭਾਉ, ਕਹਿਣ ਲੱਗਾ, ਦੇਖੋ ਇਹ ਤਾਂ ਭਾਈ ਗੁਰਬਖਸ਼ ਜੀ ਸ਼ਰੀਕੇ 'ਚ ਜਿਹੜੀ ਮਤਰੇਈਆਂ ਮਾਵਾਂ ਦੇ ਪੁੱਤ ਹੁੰਦੇ, ਇਦਾਂ ਹੀ ਹੁੰਦਾ ਹੈ। ਅਜ਼ਮਤ ਮਹਸਮ ਰਥ ਬਲਵੰਤੇ, ਬਾਬਾ ਰਾਮ ਰਾਏ ਜੀ ਕਰਾਮਾਤਾਂ 'ਚ ਵਾਕਿਆ ਹੀ ਬਲਵਾਨ ਹਨ। ਪਿਤਗਾ ਦੀ ਪਰ ਥਿਰਨ ਚਾਹੰਤੇ, ਆਪਣੇ ਪਿਤਾ ਦੀ ਗੱਦੀ ਤੇ ਬਹਿਣਾ ਵੀ ਚਾਹੁੰਦੇ ਸਨ ਉਹ। ਹੋਨ ਹਾਰਕਤ ਮਿਟਹਿਨ ਕੈਸੇ, ਪਰ ਭਾਵੀ ਕਿਸੇ ਤੋਂ ਨਹੀਂ ਮਿਟਦੀ, ਹੋਣੀ ਤਾਂ ਹੋ ਕੇ ਰਹਿੰਦੀ ਹੈ, ਜੋ ਹੋਣਾ ਉਹੀ ਹੋਣਾ। ਉਹ ਕਿਸੇ ਦੀ ਸਿਆਣਪ ਚਤੁਰਾਈ ਤਾਕਤ ਨਾਲ ਬਦਲਿਆ ਨਹੀਂ ਜਾ ਸਕਦਾ।
ਕਰਿਓ ਪਰਸਪਰ ਬੋਲਨ ਐਸੇ। ਇਦਾਂ ਦਾ ਬਚਨ ਹੋਣਾ ਸੀਗਾ ਜੋ ਉਹਨਾਂ ਦੇ ਮੂੰਹ ਤੋਂ ਨਿਕਲ ਗਿਆ। ਉਹਦੇ ਕਰਕੇ ਦੇਖੋ ਕਿੱਡਾ ਉਪਦਰਵ ਹੋ ਗਿਆ, ਸੱਚੇ ਪਾਤਸ਼ਾਹ ਨੂੰ ਚੋਲਾ ਛੱਡਣਾ ਪੈ ਗਿਆ ਹੈ। ਨਿਰਪ ਕਰ ਜੋਰ ਮਾਤ ਸੋ ਭਾਖਾ। ਰਾਜੇ ਨੇ ਹੱਥ ਜੋੜ ਕੇ ਫਿਰ ਮਾਤਾ ਜੀ ਨੂੰ ਬੇਨਤੀ ਕੀਤੀ, ਖੁਸ਼ੀ ਕਰੋ ਮੁਝ ਚਰਨ ਪਿਲਾਖਾ। ਚੰਗਾ ਮਾਤਾ ਜੀ, ਹੁਣ ਮੈਨੂੰ ਆਗਿਆ ਦਿਓ, ਮੈਂ ਜਾਣਾ ਚਾਹੁੰਦਾ ਹਾਂ। ਅਬ ਬੰਧਨ ਕਰ ਉਠਿਓ ਪ੍ਰਬੀਨਾ। ਏਦਾਂ ਮੱਥਾ ਟੇਕ ਕੇ ਸਿਆਣਾ ਰਾਜਾ ਜੈ ਸਿੰਘ ਚਲਾ ਗਿਆ। ਪਿਖ ਮਾਤਾ ਤਬ ਆਸ਼ਿਕ ਦੀਨਾ। ਮਾਤਾ ਨੇ ਆਸ਼ੀਰਵਾਦ ਦਿੱਤਾ ਹੈ। ਸ਼੍ਰੀ ਸਤਿਗੁਰ ਆਵਹਿ ਤੁਮ ਚੀਤ। ਮਾਤਾ ਜੀ ਕਹਿੰਦੇ ਰਾਜਾ ਤੈਨੂੰ ਗੁਰੂ ਚੇਤੇ ਆਵੇ। ਸ਼੍ਰੀ ਹਰਿ ਕ੍ਰਿਸ਼ਨ ਸਹਾਇਕ ਨੀਤ। ਸਤਿਗੁਰੂ 8ਵੇਂ ਪਾਤਸ਼ਾਹ ਸਦਾ ਹੀ ਤੇਰੇ ਅੰਗ ਸੰਗ ਰਹਿਣਗੇ। ਸ਼ਾਹ ਸਭਾ ਮਹਿ ਪਤ ਰਹਿ ਆਵੈ। ਬਾਦਸ਼ਾਹ ਦੀ ਕਚਹਿਰੀ ਵਿੱਚ ਤੇਰੀ ਇੱਜ਼ਤ ਰਹਿ ਆਵੇ। ਮਨੋ ਕਾਮਨਾ ਗੁਰ ਤੇ ਪਾਵੈ। ਔਰ ਮਨੋ ਕਾਮਨਾ ਗੁਰੂ ਤੋਂ ਪੂਰੀਆਂ ਹੋਣ। ਵਿਦਾ ਹੋਏ ਗਮਨਿਓ ਮਹਿਪਾਲਾ। ਮਾਤਾ ਜੀ ਦਾ ਆਸ਼ੀਰਵਾਦ ਲੈ ਕੇ ਰਾਜਾ ਚਲਾ ਗਿਆ ਆਪਣੇ ਬੰਗਲੇ ਨੂੰ। ਲੈ ਜਨਨੀ ਤਬ ਸਵਾਸ ਬਿਸਾਲਾ। ਤੇ ਮਾਤਾ ਠੰਡੇ ਸਾਹ ਲੈਂਦੀ ਹੈ। ਸਤ ਕੋ ਸਿਮਰਨ ਕਰ ਕੁਛ ਰੋਈ। ਆਪਣੇ ਪੁੱਤਰ ਨੂੰ ਚੇਤੇ ਕਰਕੇ ਕੁਝ ਵਿਰਾਗ ਕੀਤਾ ਮਾਤਾ ਨੇ। ਗਿਆਨ ਪਾਏ ਪੁਨ ਧੀਰਜ ਹੋਈ। ਫਿਰ ਆਪਣੇ ਪੁੱਤਰ ਦੇ ਬਚਨ ਯਾਦ ਕਰਕੇ ਧੀਰਜ ਕੀਤਾ ਹੈ। ਕੇਤਕ ਬਾਸਰ ਬਾਸਾ ਕੀਨ। ਕੁਝ ਦਿਨ ਦਿੱਲੀ ਰਹੇ ਹਨ ਮਾਤਾ ਕਿਸ਼ਨ ਕੌਰ ਜੀ। ਸਭ ਸੰਗਤ ਪਿਖ ਪਾਓ ਪ੍ਰਬੀਨ। ਸੰਗਤ ਦਾ ਪ੍ਰੇਮ ਵੇਖ ਕੇ ਸੇਵਾ ਠਾਨ ਹੈ ਸਰਬ ਪ੍ਰਕਾਰ। ਸੰਗਤ ਬਹੁਤ ਸੇਵਾ ਕਰਦੀ ਹੈ। ਆਏ ਕਰ ਹੈ ਤਿਮ ਹੀ ਦਰਬਾਰ। ਮਹਾਰਾਜ ਦਾ ਦਰਬਾਰ ਉਦਾਂ ਹੀ ਲੱਗਦਾ ਹੈ। ਮਾਤਾ ਜੀ ਨੂੰ ਸੰਗਤਾਂ ਮੱਥਾ ਟੇਕਦੀਆਂ, ਕੀਰਤਨ ਹੁੰਦਾ, ਅਰਦਾਸਾਂ ਹੁੰਦੀਆਂ ਵੀ ਗੁਰੂ ਸਾਹਿਬ ਕਦੋਂ ਪ੍ਰਗਟ ਹੋਣਗੇ, 9ਵੇਂ ਪਾਤਸ਼ਾਹ। ਸੋ ਉਹ ਤਾਂ ਸਮਾਂ ਲੱਗਿਆ, ਸਮੇਂ ਤੋਂ ਬਾਅਦ ਗੁਰੂ ਸਾਹਿਬ ਪ੍ਰਗਟ ਵੀ ਹੋਣਗੇ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋ